ਵਾਹਿਗੁਰੂ जी का खालसा ਵਾਹਿਗੁਰੂ जी की फतेह। ਚੱਲ ਰਹੀ ਜਪਜੀ ਸਾਹਿਬ ਜੀ ਦੀ ਲੜੀਵਾਰ ਵਿਆਖਿਆ ਅਤੇ ਵਿਚਾਰ ਦੀ ਅੱਜ ਅਗਲੀ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਆਓ ਅੱਜ ਦੀ ਇਸ ਵੀਡੀਓ ਦੇ ਵਿੱਚ ਜਪਜੀ ਸਾਹਿਬ ਜੀ ਦੀ ਤੀਸਰੀ ਪੌੜੀ ਦੀ ਵਿਆਖਿਆ ਅਤੇ ਵਿਚਾਰ ਨਾਲ ਸਾਂਝ ਪਾਈਏ। ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਪੌੜੀ ਦਾ ਮੂਲ ਪਾਠ ਸਾਂਝਾ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। गावै को ताण होवै किसै ताण, गावै को दात जाणै नीसाण, गावै को गुण वडियाइयां चार, गावै को विद्या विखम विचार, गावै को साज करे तनखे, गावै को जी लै फिर दे, गावै को जापै दिसै दूर, गावै को वेखै हादरा हदूर, कथना कथी ना आवै तोट, कथ कथ कथी कोटी कोट कोट, देंदा दे लैंदे थक पाहे, जुगां जुगंतर खाही खाहे, हुक्मी हुक्म चलाए राह, नानक विगसै वे परवाह। वाहिगुरू। ਅੱਜ ਦੀ ਇਸ ਪੌੜੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਪਰਮਾਤਮਾ ਦੇ ਗੁਣ ਗਾਇਨ ਕਰਨ ਵਾਲੇ ਅਲੱਗ-ਅਲੱਗ ਵਿਅਕਤੀਆਂ ਦਾ ਜ਼ਿਕਰ ਕੀਤਾ ਹੈ। ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਜਿਸ ਵਿਅਕਤੀ ਦੇ ਕੋਲ ਜਿਹੋ ਜੀ ਸ਼ਕਤੀ ਹੈ, ਜਿਹੋ ਜੀ ਤਾਕਤ ਹੈ, ਜਾਂ ਜਿਸ ਤਰੀਕੇ ਦੇ ਨਾਲ ਉਸ ਨੂੰ ਦਾਤਾਂ ਪ੍ਰਾਪਤ ਹੋਈਆਂ, ਜਿਹੋ ਜਿਹੀਆਂ ਚੀਜ਼ਾਂ ਉਸ ਕੋਲ ਹਨ, ਜਿਸ ਤਰ੍ਹਾਂ ਉਸਨੇ ਦੁਨੀਆ ਨੂੰ ਦੇਖਿਆ, ਪਰਮਾਤਮਾ ਦੇ ਰੰਗ ਤਮਾਸ਼ੇ ਦੇਖੇ, ਉਹ ਪਰਮਾਤਮਾ ਦੇ ਉਹੋ ਜਿਹੇ ਹੀ ਗੁਣਾਂ ਨੂੰ ਗਾ ਰਿਹਾ। ਪੌੜੀ ਦੀ ਪਹਿਲੀ ਲਾਈਨ ਦੇ ਵਿੱਚ ਗੁਰੂ ਸਾਹਿਬ ਜੀ ਕਹਿ ਰਹੇ ਨੇ, ਗਾਵੈ ਕੋ ਤਾਣ ਹੋਵੈ ਕਿਸੈ ਤਾਣ। ਇੱਥੇ ਤਾਣ ਦਾ ਮਤਲਬ ਹੈ ਤਾਕਤ। ਇਸ ਲਾਈਨ ਦੇ ਦੋ ਤਰੀਕੇ ਨਾਲ ਅਰਥ ਕੀਤੇ ਜਾਂਦੇ ਨੇ। ਇੱਕ ਪਹਿਲਾ ਅਰਥ ਕਿ ਪਰਮਾਤਮਾ ਦੇ ਤਾਕਤ ਦੀ ਗੱਲ ਕੀਤੀ ਜਾ ਰਹੀ ਹੈ, ਗਾਵੈ ਕੋ, ਕਿ ਕੋਈ ਪਰਮਾਤਮਾ ਦੀ ਤਾਕਤ ਨੂੰ ਕਿਸ ਤਰੀਕੇ ਨਾਲ ਗਾ ਸਕਦਾ ਹੈ। ਹੋਵੈ ਕਿਸੇ ਤਾਣ, ਜੇਕਰ ਕਿਸੇ ਕੋਲ ਅਜਿਹੀ ਤਾਕਤ ਹੋਵੇ। ਇੱਕ ਅਰਥ ਇਹ ਕੀਤੇ ਜਾਂਦੇ ਨੇ ਕਿ ਜੇਕਰ ਕਿਸੇ ਕੋਲ ਕੋਈ ਤਾਕਤ ਹੋਏਗੀ ਤੇ ਤਾਂ ਹੀ ਉਹ ਪਰਮਾਤਮਾ ਦੀ ਤਾਕਤ ਵਾਲੇ ਗੁਣ ਜਿਹੜੇ ਨੇ ਉਹ ਗਾ ਸਕਦਾ ਹੈ। ਪਰ ਬਹੁਤਾਤ ਅਰਥ ਕਰਨ ਵਾਲੇ ਵਿਦਵਾਨਾਂ ਨੇ ਇਸ ਗੱਲ ਨਾਲ ਸਹਿਮਤੀ ਪਾਈ ਹੈ ਕਿ ਗੁਰੂ ਸਾਹਿਬ ਜੀ ਇੱਥੇ ਸਮਝਾਉਣਾ ਕਰ ਰਹੇ ਨੇ ਕਿ ਜੇਕਰ ਪਰਮਾਤਮਾ ਨੇ ਕਿਸੇ ਨੂੰ ਬਲ ਬਖਸ਼ਿਆ, ਕਿਸੇ ਨੂੰ ਤਾਕਤ ਬਖਸ਼ੀ, ਕਿਸੇ ਵੀ ਤਰੀਕੇ ਦੀ ਤਾਕਤ, ਉਹ ਭਾਵੇਂ ਸਰੀਰਕ ਤਾਕਤ ਹੈ ਜਾਂ ਪੈਸੇ ਦੀ, ਅਹੁਦੇ ਦੀ ਤਾਕਤ ਹੈ, ਕਹਿੰਦੇ ਨੇ ਕਿ ਜੇਕਰ ਕਿਸੇ ਕੋਲ ਤਾਕਤ ਹੈ, ਗਾਵੈ ਕੋ ਤਾਣ, ਕਹਿੰਦੇ ਨੇ ਕਿ ਉਹ ਕੀ ਕਰਦਾ ਹੈ, ਪਰਮਾਤਮਾ ਦੇ ਬਲ ਵਾਲੇ, ਤਾਕਤ ਵਾਲੇ ਜਿਹੜੇ ਗੁਣ ਨੇ ਉਹਨਾਂ ਦਾ ਗਾਇਨ ਕਰਦਾ ਹੈ ਕਿ ਪਰਮਾਤਮਾ ਬਹੁਤ ਸ਼ਕਤੀਸ਼ਾਲੀ ਹੈ, ਪਰਮਾਤਮਾ ਬਹੁਤ ਅਮੀਰ ਹੈ, ਪਰਮਾਤਮਾ ਬਹੁਤ ਵੱਡਾ ਹੈ, ਪਰਮਾਤਮਾ ਬਹੁਤ ਬਲਵਾਨ ਹੈ। ਕਹਿੰਦੇ ਨੇ ਕੌਣ ਅਜਿਹੇ ਗੁਣਾਂ ਨੂੰ ਗਾਉਂਦਾ ਹੈ? ਹੋਵੈ ਕਿਸੇ ਤਾਣ। ਜੇਕਰ ਦੁਨੀਆ ਵਿੱਚ ਕਿਸੇ ਕੋਲ ਤਾਕਤ ਹੈ, ਕੋਈ ਬਲਵਾਨ ਹੈ, ਕੋਈ ਅਮੀਰ ਹੈ, ਕੋਈ ਸ਼ਕਤੀ ਵਾਲਾ ਹੈ, ਕਹਿੰਦੇ ਨੇ ਅਜਿਹੇ ਸਾਰੇ ਵਿਅਕਤੀ ਜਿਨ੍ਹਾਂ ਦੇ ਕੋਲ ਕਿਸੇ ਵੀ ਤਰੀਕੇ ਦੀ ਸ਼ਕਤੀ ਹੈ, ਉਹ ਪਰਮਾਤਮਾ ਦੇ ਸ਼ਕਤੀ ਦਿਖਾਉਣ ਵਾਲੇ ਗੁਣ ਨੇ, ਉਹਨਾਂ ਦਾ ਗਾਇਨ ਕਰਦੇ ਨੇ। ਸਾਰੇ ਉਸ ਪਰਮਾਤਮਾ ਦੇ ਗਾਇਨ ਕਰਨ ਵਾਲੇ, ਪਰਮਾਤਮਾ ਦੇ ਨਾਮ ਨੂੰ ਦੱਸਣ ਵਾਲੇ ਅਲੱਗ-ਅਲੱਗ ਵਿਅਕਤੀਆਂ ਦਾ ਜ਼ਿਕਰ ਇਸ ਪੌੜੀ 'ਚ ਹੈ। ਪਹਿਲੀ ਲਾਈਨ ਦੇ ਵਿੱਚ ਤਾਕਤ ਦਾ ਜ਼ਿਕਰ ਆ ਰਿਹਾ ਹੈ। ਦੂਸਰੀ ਲਾਈਨ 'ਚ ਗਾਵੈ ਕੋ ਦਾਤ ਜਾਣੈ ਨੀਸਾਨ। ਕਹਿੰਦੇ ਨੇ ਕਿ ਹੁਣ ਪਰਮਾਤਮਾ ਸਾਰੀ ਦੁਨੀਆ ਦੇ ਸਾਰੇ ਵਿਅਕਤੀਆਂ ਨੂੰ ਅਲੱਗ-ਅਲੱਗ ਦਾਤਾਂ ਦਿੰਦਾ ਹੈ ਤੇ ਅਸੀਂ ਦੁਨੀਆ 'ਚ ਕੀ ਕਰਦੇ ਹਾਂ ਕਿ ਜੇਕਰ ਸਾਨੂੰ ਕੋਈ ਸਾਡਾ ਪਿਆਰਾ, ਮੇਰੇ ਮਾਂ-ਬਾਪ, ਮੇਰਾ ਕੋਈ ਰਿਸ਼ਤੇਦਾਰ, ਮੇਰਾ ਕੋਈ ਸਕੇ ਸੰਬੰਧੀ, ਮੇਰਾ ਕੋਈ ਦੋਸਤ ਮੈਨੂੰ ਕੋਈ ਬਹੁਤ ਕੋਈ ਕੀਮਤੀ ਤੋਹਫਾ ਦੇ ਦੇਵੇ
ਤਾਂ ਮੈਂ ਉਸ ਤੋਹਫੇ ਨੂੰ ਸੰਭਾਲ ਕੇ ਆਪਣੇ ਕੋਲ ਰੱਖਦਾ ਹਾਂ। ਤੇ ਜਦੋਂ ਵੀ ਕਦੇ ਵੀ ਕੋਈ 6 ਮਹੀਨੇ ਬਾਅਦ, ਸਾਲ ਬਾਅਦ, 10 ਸਾਲ ਬਾਅਦ, ਬਹੁਤ ਸਾਲਾਂ ਬਾਅਦ ਜਦੋਂ ਵੀ ਉਸ ਤੋਹਫੇ ਨੂੰ ਦੇਖਦਾ ਤਾਂ ਉਸ ਤੋਹਫੇ ਨੂੰ ਦੇਖ ਕੇ ਮੈਨੂੰ ਉਸ ਤੋਹਫੇ ਨੂੰ ਦੇਣ ਵਾਲੇ ਰਿਸ਼ਤੇਦਾਰ, ਉਸ ਮੇਰੇ ਮਿੱਤਰ ਪਿਆਰੇ ਦੀ ਯਾਦ ਆਉਂਦੀ ਹੈ। ਤੇ ਕਹਿੰਦੇ ਨੇ ਕਿ ਦੁਨੀਆ ਵਿੱਚ ਅਜਿਹੇ ਵੀ ਕਈ ਲੋਕ ਨੇ ਜਿਹੜੇ ਕੀ ਕਰਦੇ ਨੇ ਕਿ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਪਰਮਾਤਮਾ ਦੀਆਂ ਨਿਸ਼ਾਨੀਆਂ ਸਮਝ ਕੇ ਉਸ ਨੂੰ ਯਾਦ ਕਰਦੇ ਨੇ। ਗਾਵੇ ਕੋ ਦਾਤ ਜਾਣੇ ਨਿਸ਼ਾਨ, ਕਿ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ, ਬੇਅੰਤ ਦਾਤਾਂ ਨੇ ਪਰਮਾਤਮਾ ਦੇਣ ਵਾਲਾ, ਅਸੀਂ ਉਸ ਦੀ ਗਿਣਤੀ ਨਹੀਂ ਕਰ ਸਕਦੇ। ਕੋਈ ਆਪਣੇ ਪੁੱਤਰ ਧੀ ਨੂੰ ਵੀ ਪਰਮਾਤਮਾ ਦੀ ਦਾਤ ਸਮਝਦਾ ਹੈ ਤੇ ਉਹਨੂੰ ਦਾਤ ਨੂੰ ਦੇਖ ਕੇ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ। ਕੋਈ ਆਪਣੇ ਮਕਾਨ ਨੂੰ ਦੇਖ ਕੇ ਪਰਮਾਤਮਾ ਦੀ ਦਾਤ ਸਮਝ ਕੇ ਸ਼ੁਕਰਾਨਾ ਕਰਦਾ ਹੈ। ਕੋਈ ਆਪਣੀ ਦੁਕਾਨ ਨੂੰ ਪਰਮਾਤਮਾ ਦੀ ਨਿਸ਼ਾਨੀ ਸਮਝਦਾ ਹੈ। ਕੋਈ ਆਪਣੀ ਕਾਰ ਨੂੰ, ਆਪਣੇ ਵਾਹਨ ਨੂੰ, ਸਕੂਟਰ, ਮੋਟਰਸਾਈਕਲ ਨੂੰ ਪਰਮਾਤਮਾ ਦੀ ਨਿਸ਼ਾਨੀ ਸਮਝ ਕੇ ਪਰਮਾਤਮਾ ਨੂੰ ਯਾਦ ਕਰਦਾ ਹੈ। ਪਰਮਾਤਮਾ ਨੂੰ ਯਾਦ ਕਰਨ ਦਾ ਇੱਕ ਤਰੀਕਾ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਨਿਸ਼ਾਨੀਆਂ ਨੇ। ਗਾਵੇ ਕੋ ਗੁਣ ਵਡਿਆਈਆਂ ਚਾਰ, ਕਹਿੰਦੇ ਨੇ ਹੁਣ ਜਿਹੜਾ ਕੋਈ ਵਿਅਕਤੀ ਪੜ੍ਹਿਆ ਲਿਖਿਆ ਹੈ, ਠੀਕ ਹੈ, ਉਹਦੇ ਕੋਲ ਜੇ ਕੋਈ ਚੰਗੇ ਚੰਗੇ ਗੁਣ ਨੇ ਤਾਂ ਉਹ ਪਰਮਾਤਮਾ ਦੀਆਂ ਸੋਹਣੀਆਂ ਸੋਹਣੀਆਂ ਵਡਿਆਈਆਂ ਦਾ ਜ਼ਿਕਰ ਕਰਦਾ ਹੈ। ਇੱਥੇ 4 ਅੱਖਰ ਜਿਹੜਾ ਆਇਆ, 4 ਸ਼ਬਦ ਆਇਆ, ਉਹ ਗਿਣਤੀ ਦਾ 4 ਨਹੀਂ। ਇਹ ਹਿੰਦੀ ਦੇ ਇੱਕ ਸ਼ਬਦ ਚਾਰੂ ਤੋਂ ਬਣਿਆ ਹੈ। ਚਾਰੂ ਤੋਂ ਮਤਲਬ ਸੁੰਦਰ, ਤੇ ਇਹਨੂੰ ਪੰਜਾਬੀ ਦੇ ਵਿੱਚ ਲਿਖਣ ਲੱਗਿਆਂ 4 ਲਿਖ ਦਿੱਤਾ ਗਿਆ ਕਿ ਕੋਈ ਪਰਮਾਤਮਾ ਦੀਆਂ ਸੁੰਦਰ ਵਡਿਆਈਆਂ, ਸੋਹਣੀਆਂ ਸੋਹਣੀਆਂ ਸਿਫਤਾਂ ਜਿਹੜੀਆਂ ਨੇ ਉਹਨਾਂ ਨੂੰ ਗਾ ਕੇ ਤੇ ਪਰਮਾਤਮਾ ਨੂੰ ਯਾਦ ਕਰ ਰਿਹਾ। ਗਾਵੇ ਕੋ ਵਿਦਿਆ ਵਿਖਮ ਵਿਚਾਰ, ਕਹਿੰਦੇ ਨੇ ਕੋਈ ਪੰਡਤ ਸਿਆਣਾ ਵਿਦਵਾਨ ਬਣ ਗਿਆ ਤਾਂ ਉਹ ਕੀ ਕਰਦਾ ਕਿ ਪਰਮਾਤਮਾ ਦੇ ਬਾਰੇ ਔਖੇ ਔਖੇ ਗ੍ਰੰਥ ਪੜ੍ਹ ਕੇ, ਪਰਮਾਤਮਾ ਦੇ ਬਾਰੇ ਅਲੱਗ-ਅਲੱਗ ਕਿਤਾਬਾਂ ਪੜ੍ਹ ਕੇ ਤੇ ਫਿਰ ਹੋਰ ਵਿਦਵਾਨਾਂ ਦੇ ਨਾਲ ਉਹਨਾਂ ਗ੍ਰੰਥਾਂ ਦਾ ਜਾਂ ਉਹਨਾਂ ਗ੍ਰੰਥਾਂ ਕਿਤਾਬਾਂ ਦੇ ਵਿੱਚ ਲਿਖੀਆਂ ਹੋਈਆਂ ਗੱਲਾਂ ਦੀ ਵਿਚਾਰ ਕਰਕੇ ਉਸ ਪਰਮਾਤਮਾ ਨੂੰ ਗਾ ਰਿਹਾ। ਪਰਮਾਤਮਾ ਨੂੰ ਗਾਣ ਦੇ ਦੇਖੋ ਕਿੰਨੇ ਤਰੀਕੇ ਨੇ। ਇੱਥੇ ਤਾਂ ਇੱਕ ਛੋਟੀ ਜਿਹੀ ਲਿਸਟ ਗੁਰੂ ਸਾਹਿਬ ਜੀ ਨੇ ਦਿੱਤੀ ਹੈ ਕਿ ਪਰਮਾਤਮਾ ਦੇ ਬਾਰੇ ਵਿਚਾਰ ਕਰਕੇ ਵੀ ਪਰਮਾਤਮਾ ਨੂੰ ਗਾਇਆ ਜਾ ਸਕਦਾ ਹੈ, ਯਾਦ ਕੀਤਾ ਜਾ ਸਕਦਾ ਹੈ। ਗਾਵੇ ਕੋ ਸਾਜ ਕਰੇ ਤਨਖੇ, ਕਹਿੰਦੇ ਨੇ ਕਈ ਕੀ ਕਹਿੰਦੇ ਨੇ ਕਿ ਪਰਮਾਤਮਾ ਕੀ ਕਰਦਾ ਹੈ, ਇਸ ਦੁਨੀਆ ਦੇ ਸਾਰੇ ਜੀਵਾਂ ਨੂੰ ਸਾਜਦਾ ਹੈ, ਭਾਵ ਉਹਨਾਂ ਨੂੰ ਜਨਮ ਦਿੰਦਾ ਹੈ। ਕਹਿੰਦੇ ਨੇ ਕਿ ਜਨਮ ਦੇਣ ਵਾਲਾ ਉਹ ਪਰਮਾਤਮਾ ਹੈ। ਜਨਮ ਦੇਣ ਦੇ ਸਮੇਂ ਨੂੰ ਯਾਦ ਕਰਕੇ ਉਹ ਪਰਮਾਤਮਾ ਨੂੰ ਯਾਦ ਕਰ ਰਹੇ ਨੇ, ਪਰਮਾਤਮਾ ਦੀਆਂ ਵਡਿਆਈਆਂ, ਪਰਮਾਤਮਾ ਦੇ ਨਾਮ ਨੂੰ ਸਿਮਰ ਰਹੇ ਨੇ। ਤੇ ਨਾਲ ਹੀ ਕੀ ਕਹਿੰਦੇ ਨੇ, ਕਰੇ ਤਨਖੇ, ਕਹਿੰਦੇ ਨੇ ਕਿ ਪਰਮਾਤਮਾ ਜਨਮ ਵੀ ਲੈਂਦਾ ਤੇ ਬਾਅਦ ਵਿੱਚ ਪਰਮਾਤਮਾ ਇਸ ਜੀਵਨ ਨੂੰ ਖਤਮ ਵੀ ਕਰ ਦਿੰਦਾ ਹੈ, ਮਾਰ ਵੀ ਦਿੰਦਾ ਹੈ। ਕਹਿੰਦੇ ਨੇ ਕਿ ਜਨਮ ਅਤੇ ਮਰਨ ਦੋਨਾਂ ਦੇ ਵਿੱਚ ਹੀ ਪਰਮਾਤਮਾ ਨੂੰ ਯਾਦ ਕਰਦੇ ਨੇ। ਸਾਡੇ 'ਚ ਬਹੁਤਾਤ ਧਰਮੀ ਲੋਕ ਜਿਹੜੇ ਨੇ ਉਹ ਜਨਮ ਮਰਨ ਦੇ ਡਰ ਤੋਂ ਹੀ ਪਰਮਾਤਮਾ ਨੂੰ ਯਾਦ ਕਰਦੇ ਨੇ। ਤੇ ਇਹ ਲਾਈਨ ਵੀ ਗੁਰੂ ਸਾਹਿਬ ਜੀ ਨੇ ਇਸੇ ਲਈ ਲਿਖੀ ਹੈ ਕਿ ਕੋਈ ਇਹ ਯਾਦ ਕਰਦਾ ਹੈ ਕਿ ਪਰਮਾਤਮਾ ਜੀਵਾਂ ਨੂੰ ਜਨਮ ਦਿੰਦਾ ਹੈ ਤੇ ਫਿਰ ਪਰਮਾਤਮਾ ਜਨਮ ਦੇ ਕੇ ਸਮਾਂ ਆਉਣ 'ਤੇ ਉਸ ਜੀਵ ਨੂੰ ਖਤਮ ਵੀ ਕਰ ਦਿੰਦਾ ਹੈ, ਉਹਨਾਂ ਨੂੰ ਖੇਹ ਕਰ ਦਿੰਦਾ ਹੈ, ਸੁਆਹ ਕਰ ਦਿੰਦਾ ਹੈ। ਗਾਵੇ ਕੋ ਜਾਪੈ ਦਿਸੈ ਦੂਰ, ਕੋਈ ਸਮਝਦਾ ਹੈ ਕਿ ਪਰਮਾਤਮਾ ਬਹੁਤ ਦੂਰ ਹੈ, ਪਰਮਾਤਮਾ ਨੂੰ ਪਾਇਆ ਨਹੀਂ ਜਾ ਸਕਦਾ। ਅਲੱਗ-ਅਲੱਗ ਧਰਮਾਂ ਦੇ ਮੁਤਾਬਕ ਅਲੱਗ-ਅਲੱਗ ਤਰੀਕਾ ਮੰਨਿਆ ਜਾਂਦਾ ਕਿ ਪਰਮਾਤਮਾ ਕਿੱਥੇ ਰਹਿ ਰਿਹਾ ਹੈ। ਤੇ ਲੋਕ ਇਹ ਸਮਝਦੇ ਨੇ ਕਿ ਪਰਮਾਤਮਾ ਸ਼ਾਇਦ ਕਿਤੇ ਆਕਾਸ਼ ਬ੍ਰਹਿਮੰਡ 'ਚ ਪਤਾ ਨਹੀਂ ਕਿਸ ਕੋਨੇ 'ਚ ਹੈ, ਬਹੁਤ ਦੂਰ ਹੈ, ਬਹੁਤ ਦੂਰ ਹੈ, ਉਹਦੇ ਤੱਕ ਪਹੁੰਚਿਆ ਨਹੀਂ ਜਾ ਸਕਦਾ। ਇਸੇ ਲਈ ਉਹਨੂੰ ਪਰਮਾਤਮਾ ਨੂੰ ਅਗੰਮ ਕਿਹਾ ਜਾਂਦਾ ਹੈ। ਅਗਮ ਮਤਲਬ, ਗਮ ਦਾ ਮਤਲਬ ਚੱਲਣਾ ਤੁਰਨਾ, ਅਗਮ ਕਿ ਉਸ ਜਗ੍ਹਾ ਜਿੱਥੇ ਅਸੀਂ ਪਹੁੰਚ ਨਾ ਸਕਦੇ ਹੋਈਏ। ਅਗਮ ਪਰਮਾਤਮਾ ਨੂੰ ਕਿਹਾ ਜਾਂਦਾ ਹੈ ਕਿ ਪਰਮਾਤਮਾ ਬਹੁਤ ਦੂਰ ਹੈ। ਬਹੁਤ ਸਾਰੇ ਲੋਕ ਇਹੀ ਸਮਝਦੇ ਨੇ ਕਿ ਪਰਮਾਤਮਾ ਬਹੁਤ ਦੂਰ ਹੈ ਤੇ ਇਸੇ ਤਰੀਕੇ ਨਾਲ ਇਹਨੂੰ ਯਾਦ ਕਰਦੇ ਨੇ ਕਿ ਪਰਮਾਤਮਾ ਜੀ ਤੁਸੀਂ ਬਹੁਤ ਦੂਰੋਂ ਅਪਹੁੰਚੋ, ਅਗੰਮ ਹੋ, ਅਸੀਂ ਤੁਹਾਡਾ ਪਾਰ ਨਹੀਂ ਪਾ ਸਕਦੇ। ਤੇ ਇਸੇ ਤਰੀਕੇ ਨਾਲ ਪਰਮਾਤਮਾ ਨੂੰ ਯਾਦ ਕਰਦੇ ਨੇ। ਤੇ ਦੂਜੇ ਪਾਸੇ ਕਈ ਕੀ ਨੇ, ਗਾਵੇ ਕੋ ਵੇਖੈ ਹਾਦਰਾ ਹਦੂਰ। ਹਾਦਰਾ ਹਦੂਰ ਦਾ ਮਤਲਬ ਹਾਜ਼ਰ ਨਾਜ਼ਰ, ਆਮੋ ਸਾਹਮਣੇ। ਕਈ ਇਹ ਸਮਝਦੇ ਨੇ ਕਿ ਪਰਮਾਤਮਾ ਬਿਲਕੁਲ ਮੇਰੇ ਸਾਹਮਣੇ ਹੈ, ਮੇਰੇ ਕੋਲ ਹੈ, ਦੂਰ ਨਹੀਂ ਹੈ। ਕਹਿੰਦੇ ਨੇ ਕਿ ਇਸ ਤਰੀਕੇ ਨਾਲ ਵੀ ਪਰਮਾਤਮਾ ਨੂੰ ਲੋਕ ਯਾਦ ਕਰਦੇ ਨੇ। ਗੁਰਬਾਣੀ 'ਚ ਵੀ ਸਾਨੂੰ ਵਾਰ-ਵਾਰ ਇਹੀ ਕਿਹਾ ਗਿਆ ਕਿ ਪਰਮਾਤਮਾ ਕਿਤੇ ਦੂਰ ਨਹੀਂ ਵਸਦਾ, ਪਰਮਾਤਮਾ ਨਜ਼ਦੀਕ ਹੀ ਵਸਦਾ ਹੈ। ਕਹੋ ਕਬੀਰ ਹੱਥ ਪੈ ਨੇੜੇ, ਕਹਿੰਦੇ ਨੇ ਕਿ ਮੇਰਾ ਹੱਥ ਜਿਹੜਾ ਹੈ ਨਾ ਉਹ ਮੇਰੇ ਤੋਂ ਦੂਰ ਹੈ,
ਪਰ ਪਰਮਾਤਮਾ ਮੇਰੇ ਹੱਥ ਤੋਂ ਵੀ ਨੇੜੇ ਹੈ। ਆਮ ਤੌਰ ਤੇ ਅਸੀਂ ਹੱਥ ਨੂੰ ਆਪਣੇ ਸਭ ਤੋਂ ਨਜ਼ਦੀਕ ਮੰਨਦੇ ਹਾਂ ਕਿ ਜੇਕਰ ਕੋਈ ਵੀ ਹੈਲਪ ਕਰਨੀ ਹੋਵੇ, ਸਾਡੇ ਸਰੀਰ ਦੀ ਕੋਈ ਮਦਦ ਹੈ ਤੇ ਸਾਡੇ ਸੱਟ ਲੱਗਣ ਲੱਗਦੀ ਹੈ ਤਾਂ ਸਭ ਤੋਂ ਪਹਿਲਾਂ ਬਚਾਅ ਲਈ ਸਾਡੇ ਹੱਥ ਪਹੁੰਚਦੇ ਨੇ। ਕਹਿੰਦੇ ਨੇ ਕਿ ਪਰਮਾਤਮਾ ਸਾਡੇ ਹੱਥਾਂ ਤੋਂ ਵੀ ਨਜ਼ਦੀਕ ਹੈ। ਵੇਖੈ ਹਾਦਰਾ ਹਦੂਰ, ਤੇ ਪਰਮਾਤਮਾ ਨੂੰ ਜ਼ਾਹਰਾ ਸਾਹਮਣੇ ਸਮਝਦੇ ਨੇ ਤੇ ਸਾਹਮਣੇ ਸਮਝ ਕੇ ਪਰਮਾਤਮਾ ਨੂੰ ਯਾਦ ਕਰਦੇ ਨੇ। ਕਥਨਾ ਕਥੀ ਨਾ ਆਵੈ ਟੋਟ, ਗੁਰੂ ਸਾਹਿਬ ਜੀ ਇਹ ਸਾਰੀਆਂ ਗੱਲਾਂ ਦਾ ਕਨਕਲੂਜ਼ਨ ਕਰਦੇ ਹੋਏ ਅਖੀਰ ਤੇ ਇੱਕ ਗੱਲ ਕਹਿ ਰਹੇ ਨੇ। ਕਹਿੰਦੇ ਨੇ ਕਿ ਪਰਮਾਤਮਾ ਬਾਰੇ ਜਿੰਨੀਆਂ ਮਰਜ਼ੀ ਗੱਲਾਂ ਕਰ ਲਈਏ, ਜਿੰਨੇ ਮਰਜ਼ੀ ਤਰੀਕੇ ਨਾਲ ਪਰਮਾਤਮਾ ਨੂੰ ਯਾਦ ਕਰ ਲਈਏ, ਪਰ ਇਹ ਸਾਰੀਆਂ ਗੱਲਾਂ ਕਹਿਣ ਦੇ ਵਿੱਚ ਕੋਈ ਕਮੀ ਨਹੀਂ ਆ ਸਕਦੀ। ਕਥਨਾ ਕਥੀ ਜਿਹੜੀ ਕਿ ਅਸੀਂ ਪਰਮਾਤਮਾ ਬਾਰੇ ਗੱਲ ਕਹਿ ਰਹੇ ਹਾਂ, ਕਥਨ ਕਰ ਰਹੇ ਹਾਂ, ਕਥਨ ਮਤਲਬ ਬੋਲ ਰਹੇ ਹਾਂ, ਕਥ ਰਹੇ ਹਾਂ, ਅਸੀਂ ਕਹਿ ਰਹੇ ਹਾਂ, ਪਰਮਾਤਮਾ ਦੀਆਂ ਗੱਲਾਂ ਦੀ ਵਿਚਾਰ ਕਰ ਰਹੇ ਹਾਂ। ਨਾ ਆਵੈ ਟੋਟ, ਟੋਟ ਮੈਨੇ ਕਮੀ, ਕਿ ਇਸ ਗੱਲ 'ਚ ਕਦੀ ਕਮੀ ਨਹੀਂ ਆ ਸਕਦੀ। ਹਰ ਕੋਈ ਆਪਣੇ ਤਰੀਕੇ ਦੇ ਨਾਲ ਪਰਮਾਤਮਾ ਨੂੰ ਯਾਦ ਕਰ ਰਿਹਾ ਹੈ। ਕੋਈ ਬਲ ਨਾਲ ਯਾਦ ਕਰ ਰਿਹਾ, ਕੋਈ ਨਿਸ਼ਾਨੀਆਂ ਸਮਝ ਕੇ ਯਾਦ ਕਰ ਰਿਹਾ, ਕੋਈ ਵਿਦਿਆ ਦੀ ਵਿਚਾਰ ਕਰਕੇ ਸਮਝ ਰਿਹਾ, ਕੋਈ ਦੂਰ ਸਮਝ ਰਿਹਾ, ਕੋਈ ਨੇੜੇ ਸਮਝ ਰਿਹਾ। ਕਹਿੰਦੇ ਨੇ ਕਿ ਹਰ ਕਿਸੇ ਨੂੰ ਜਿਵੇਂ ਕਿਤੇ ਪਰਮਾਤਮਾ ਦੀ ਸਮਝ ਲੱਗੀ, ਉਸੇ ਤਰੀਕੇ ਦੇ ਨਾਲ ਉਹ ਪਰਮਾਤਮਾ ਨੂੰ ਸਮਝ ਰਿਹਾ। ਕਹਿੰਦੇ ਨੇ ਕਿ ਇਹ ਸਾਰੀਆਂ ਗੱਲਾਂ ਦੇ ਬਾਰੇ ਜਿੰਨਾ ਮਰਜ਼ੀ ਲਿਖ ਲਵੋ, ਜਿੰਨੀ ਮਰਜ਼ੀ ਵਿਚਾਰ ਕਰ ਲਓ, ਇਹਦੀ ਕਮੀ ਨਹੀਂ ਆ ਸਕਦੀ। ਕਥਨਾ ਕਥੀ ਨਾ ਆਵੈ ਟੋਟ, ਤੁਸੀਂ ਇਸ ਦੀ ਗਿਣਤੀ ਖਤਮ ਨਹੀਂ ਕਰ ਸਕਦੇ ਕਿ ਇਸ ਤਰੀਕੇ ਨਾਲ ਹੀ ਪਰਮਾਤਮਾ ਨੂੰ ਯਾਦ ਕੀਤਾ ਜਾ ਸਕਦਾ ਹੈ। ਕਥ ਕਥ ਕਥੀ, ਕਹਿੰਦੇ ਨੇ ਕਈਆਂ ਨੇ ਵਾਰ-ਵਾਰ ਵਿਚਾਰ ਕੀਤੀ, ਬਹੁਤ ਵਿਚਾਰ ਕੀਤੀ। ਕਿੰਨੀ? ਕੋਟੀ ਕੋਟ ਕੋਟ, ਕੋਟੀ ਇੱਥੇ ਮਤਲਬ ਕਿ ਕਰੋੜਾਂ ਲੋਕਾਂ ਨੇ ਕਰੋੜਾਂ ਵਾਰ ਪਰਮਾਤਮਾ ਦੇ ਨਾਮ ਦੀ, ਪਰਮਾਤਮਾ ਨੂੰ ਗਾਉਣ ਦੀ, ਪਰਮਾਤਮਾ ਨੂੰ ਪਾਉਣ ਦੀ ਵਿਚਾਰ ਕੀਤੀ, ਪਰ ਉਹ ਸਾਰੇ ਜਣੇ ਕੀ ਕਰ ਸਕੇ? ਕਥ ਕਥ ਕਥੀ ਕੋਟੀ ਕੋਟ ਕੋਟ, ਪਰ ਪਰਮਾਤਮਾ ਦੇ ਕਥਨ ਦਾ ਉਹ ਅੰਤ ਨਹੀਂ ਪਾ ਸਕਦੇ। ਕਹਿੰਦੇ ਨੇ ਕਿ ਪਰਮਾਤਮਾ ਕਿੱਡਾ ਬੇਅੰਤ ਹੈ, ਉਹਦੀ ਇੱਕ ਛੋਟੀ ਜਿਹੀ ਉਦਾਹਰਣ ਗੁਰੂ ਸਾਹਿਬ ਜੀ ਨੇ ਦਿੱਤੀ। ਦੇਂਦਾ ਦੇ ਲੈਂਦੇ ਥੱਕ ਪਾਹੇ, ਕਹਿੰਦੇ ਨੇ ਕਿ ਪਰਮਾਤਮਾ ਦਾਤਾਂ ਦੇਣ ਵਾਲਾ ਹੈ। ਅਸੀਂ ਸਾਰੇ ਸਮਝਦੇ ਹਾਂ ਕਿ ਪਰਮਾਤਮਾ ਦਾਤਾਂ ਦਿੰਦਾ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ। ਕਹਿੰਦੇ ਨੇ ਪਰ ਹੁਣ ਜੁਗਾਂ ਹੋ ਗਏ ਨੇ, ਕਹਿੰਦੇ ਨੇ ਜਦੋਂ ਤੋਂ ਇਹ ਬ੍ਰਹਿਮੰਡ ਬਣਿਆ ਉਸ ਵੇਲੇ ਤੋਂ ਪਰਮਾਤਮਾ ਕੋਲੋਂ ਦਾਤਾਂ ਮੰਗ ਰਹੇ ਹਾਂ ਅਸੀਂ। ਕਹਿੰਦੇ ਨੇ ਪਰ ਉਹ ਕੀ ਹੈ? ਦੇਂਦਾ ਦੇ, ਕਹਿੰਦੇ ਨੇ ਕਿ ਦੇਣ ਵਾਲਾ ਉਹ ਪਰਮਾਤਮਾ ਦਾਤਾਂ ਦੇਈ ਜਾ ਰਿਹਾ। ਉਹਦੇ ਖਜ਼ਾਨੇ ਅਮੁੱਕ ਨੇ, ਕਦੀ ਮੁੱਕਣ ਵਾਲੇ ਨਹੀਂ, ਉਹ ਹਮੇਸ਼ਾ ਦਾਤਾਂ ਦੇਈ ਜਾ ਰਿਹਾ ਹੈ। ਪਰ ਲੈਣ ਵਾਲੇ ਲੈਂਦੇ ਥੱਕ ਪਾਹੇ, ਕਹਿੰਦੇ ਨੇ ਕਿ ਜਿਹੜੇ ਲੈਣ ਵਾਲੇ ਅਸੀਂ ਜੀਵ ਹਾਂ, ਅਸੀਂ ਕਿੰਨੇ ਸਾਲ ਲੈ ਸਕਦੇ ਹਾਂ? ਕੋਈ 10 ਸਾਲ, 20 ਸਾਲ, 50 ਸਾਲ, ਕੋਈ 100 ਸਾਲ, ਕੋਈ 110 ਸਾਲ। ਕਹਿੰਦੇ ਨੇ ਕਿ ਸਾਰੀ ਉਮਰ ਅਸੀਂ ਦਾਤਾਂ ਲੈਂਦੇ ਅਖੀਰ ਤੇ ਥੱਕ ਜਾਂਦੇ ਹਾਂ, ਇਸ ਦੁਨੀਆ 'ਚੋਂ ਖਤਮ ਹੋ ਜਾਂਦੇ ਹਾਂ, ਇਸ ਦੁਨੀਆ 'ਚੋਂ ਚਲੇ ਜਾਂਦੇ ਹਾਂ। ਪਰ ਪਰਮਾਤਮਾ ਦੀਆਂ ਦਾਤਾਂ ਜਿਹੜੀਆਂ ਨੇ ਉਹ ਮੁੱਕਦੀਆਂ ਨਹੀਂ, ਪਰਮਾਤਮਾ ਦੀਆਂ ਦਾਤਾਂ ਅਮੁੱਕ ਨੇ। ਜੁਗਾਂ ਜੁਗੰਤਰ ਖਾਹੀ, ਕਹਿੰਦੇ ਨੇ ਜੁਗਾਂ ਤੋਂ ਇਸ ਦੁਨੀਆ ਦੇ ਜੀਵ ਜਿਹੜੇ ਨੇ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਭੋਗ ਰਹੇ ਨੇ ਤੇ ਉਸ ਨੂੰ ਭੋਗ ਕੇ ਉਸ ਨੂੰ ਖਾ ਰਹੇ ਨੇ, ਆਪਣਾ ਜੀਵਨ ਲੰਘਾ ਰਹੇ ਨੇ। ਕਹਿੰਦੇ ਨੇ ਕਿ ਪਰ ਪਰਮਾਤਮਾ ਦੀਆਂ ਦਾਤਾਂ ਹਜੇ ਤੱਕ ਨਹੀਂ ਮੁੱਕੀਆਂ। ਹੁਕਮੀ ਹੁਕਮ ਚਲਾਏ ਰਾਹ, ਕਹਿੰਦੇ ਨੇ ਕਿ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਇਹ ਸਾਰਾ ਕੁਝ ਚੱਲ ਰਿਹਾ ਹੈ। ਹੁਕਮੀ, ਕਹਿੰਦੇ ਹੁਕਮੀ ਮਤਲਬ ਕਿ ਹੁਕਮ ਕਰਨ ਵਾਲਾ ਉਹ ਪਰਮਾਤਮਾ, ਹੁਕਮ ਚਲਾਏ ਕਿ ਹੁਕਮ ਕਰਨ ਵਾਲਾ ਆਪਣਾ ਹੁਕਮ ਚਲਾ ਰਿਹਾ ਹੈ। ਨਾਨਕ ਵਿਗਸੈ ਵੇ ਪਰਵਾਹ, ਤੇ ਕਹਿੰਦੇ ਨੇ ਹੁਕਮ ਚਲਾ ਕੇ ਉਹ ਸਾਰੀ ਦੁਨੀਆ ਦੀ ਕਾਇਨਾਤ ਜਿਹੜੀ ਹੈ ਉਸ ਨੂੰ ਚਲਾ ਰਿਹਾ ਹੈ। ਇਹ ਸਾਰੇ ਰਸਤੇ, ਸਾਰਾ ਕਾਰ ਵਿਹਾਰ, ਸਾਰੀ ਦੁਨੀਆ, ਸਾਰੇ ਜੀਵ ਜੰਤ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲ ਰਹੇ ਨੇ। ਕਹਿੰਦੇ ਨੇ ਤੇ ਪਰ ਉਹ ਪਰਮਾਤਮਾ ਕੀ ਕਰ ਰਿਹਾ ਹੈ? ਨਾਨਕ ਵਿਗਸੈ ਵੇ ਪਰਵਾਹ, ਉਹ ਬੇਪਰਵਾਹ ਪਰਮਾਤਮਾ ਇਹ ਸਾਰੀ ਦੁਨੀਆ ਦੇ ਕਾਰ ਵਿਹਾਰ ਨੂੰ ਦੇਖ ਕੇ ਵਿਗਸ ਰਿਹਾ ਹੈ। ਵਿਗਸਣਾ ਮਤਲਬ ਖੁਸ਼ ਹੋ ਰਿਹਾ ਹੈ। ਪਰਮਾਤਮਾ ਕਦੀ ਗੁੱਸੇ 'ਚ ਨਹੀਂ ਆਉਂਦਾ, ਪਰਮਾਤਮਾ ਕਦੀ ਉਦਾਸ ਨਹੀਂ ਹੁੰਦਾ, ਪਰਮਾਤਮਾ ਹਮੇਸ਼ਾ ਖੁਸ਼ ਹੁੰਦਾ ਹੈ, ਪਰਮਾਤਮਾ ਹਮੇਸ਼ਾ ਵਿਗਸਦਾ ਹੈ। ਕਹਿੰਦੇ ਨੇ ਕਿ ਦੁਨੀਆ ਦੇ ਸਾਰੇ ਰੰਗ ਤਮਾਸ਼ੇ ਨੂੰ ਦੇਖ ਕੇ, ਆਪਣੀ ਬਣਾਈ ਹੋਈ ਕੁਦਰਤ ਨੂੰ ਦੇਖ ਕੇ ਪਰਮਾਤਮਾ ਖੁਸ਼ ਹੋ ਰਿਹਾ ਹੈ। ਇਹ ਸਾਰੀ ਪੌੜੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਉਸ ਪਰਮਾਤਮਾ ਨੂੰ ਗਾਉਣ ਦੇ ਤਰੀਕੇ ਦੱਸੇ ਕਿ ਦੁਨੀਆ ਦੇ ਲੋਕ ਕਿਸ ਤਰੀਕੇ ਨਾਲ ਗਾ ਰਹੇ ਨੇ, ਤੇ ਨਾਲ ਇਹ ਵੀ ਦੱਸ ਦਿੱਤਾ
कि परमात्मा ਨੂੰ ਗਾਣ ਦਾ ਕੋਈ ਅੰਤ ਨਹੀਂ ਹੈ, ਅਸੀਂ ਅੰਤ ਨਹੀਂ ਪਾ ਸਕਦੇ। ਉਹ ਇਤਨਾ ਕੁ ਬੇਅੰਤ ਹੈ ਕਿ ਜੁਗਾਂ ਜੁਗਾਂ ਤੋਂ ਅਸੀਂ परमात्मा ਦੀਆਂ ਦਾਤਾਂ ਭੋਗ ਰਹੇ ਹਾਂ, ਪਰ ਉਸ ਦੀਆਂ ਦਾਤਾਂ ਖਤਮ ਨਹੀਂ ਹੁੰਦੀਆਂ, ਅਸੀਂ ਜੁਗਾਂ ਜੁਗਾਂ ਤੋਂ ਅਸੀਂ ਖਤਮ ਹੁੰਦੇ ਜਾ ਰਹੇ ਹਾਂ। ਤੇ परमात्मा ਇਹ ਸਾਰਾ ਕੁਝ ਦੇਖ ਕੇ ਆਨੰਦਿਤ ਹੋ ਰਿਹਾ ਹੈ, ਖੁਸ਼ ਹੋ ਰਿਹਾ ਹੈ। ਤੇ ਆਓ ਅਗਲੀ ਪੌੜੀ ਦੇ ਵਿਚਾਰ ਨੈਕਸਟ ਵੀਡੀਓ ਦੇ ਵਿੱਚ ਦੇਖਾਂਗੇ। ਤੇ ਲਗਾਤਾਰ ਸਾਡੇ ਚੈਨਲ ਦੇ ਨਾਲ ਜੁੜੇ ਰਹੋ। ਜੋ ਥੰਬਨੇਲ ਦਿੱਤੇ ਨੇ ਉਹਨਾਂ ਤੋਂ ਅਗਲੀ ਵੀਡੀਓ ਨੂੰ ਤੁਸੀਂ ਦੇਖ ਕੇ ਜਪਜੀ ਸਾਹਿਬ ਜੀ ਦੀ ਅਗਲੀ ਪੌੜੀ ਦੇ ਵਿਚਾਰ ਸਾਂਝੀ ਕਰ ਸਕਦੇ ਹੋ। ਜੇਕਰ ਤੁਸੀਂ ਇਸ ਵੀਡੀਓ ਤੇ ਪਹਿਲੀ ਵਾਰ ਆਏ ਹੋ ਤਾਂ ਇਸ ਤੋਂ ਪਹਿਲੀਆਂ ਵੀਡੀਓਜ਼ ਦੇ ਵਿੱਚ ਹੁਣ ਤੱਕ ਦੀਆਂ ਅਲੱਗ-ਅਲੱਗ ਪੌੜੀਆਂ ਦੀ ਵਿਚਾਰ ਸਾਂਝੀ ਕੀਤੀ ਜਾ ਚੁੱਕੀ ਹੈ, ਤੁਸੀਂ ਉਹਨਾਂ ਨੂੰ ਸਾਡੇ ਚੈਨਲ ਦੇ ਉੱਤੇ ਦੇਖ ਸਕਦੇ ਹੋ। ਤੁਹਾਡਾ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।